ਪਿਆਰੇ ਬੱਚਿਓ, ਸਤਿ ਸ਼੍ਰੀ ਅਕਾਲ। ਅੱਜ ਅਸੀਂ ਇਸ ਵੀਡੀਓ ਦੇ ਵਿੱਚ 9ਵੀਂ ਜਮਾਤ ਦੀ ਪਾਠ ਪੁਸਤਕ ਵੰਨਗੀ ਵਿੱਚੋਂ ਸਾਂਝੀ ਕੰਧ ਕਹਾਣੀ ਪੜ੍ਹਾਂਗੇ। ਸਾਂਝੀ ਕੰਧ ਕਹਾਣੀ ਸੰਤੋਖ ਸਿੰਘ ਧੀਰ ਦੀ ਲਿਖੀ ਹੋਈ ਹੈ। ਕਹਾਣੀ ਪੜ੍ਹਨ ਤੋਂ ਪਹਿਲਾਂ ਅਸੀਂ ਸੰਤੋਖ ਸਿੰਘ ਧੀਰ ਜੀ ਬਾਰੇ ਕੁਝ ਗੱਲਾਂ ਜਾਣਾਂਗੇ। ਉਹ ਫਤਿਹਗੜ੍ਹ ਸਾਹਿਬ ਦੇ ਜੰਮਪਲ ਸਨ। ਉਹਨਾਂ ਦਾ ਜਨਮ 2 ਦਸੰਬਰ 1920 ਈਸਵੀ ਵਿੱਚ ਹੋਇਆ ਸੀ। ਉਹਨਾਂ ਦੀ ਸੋਚ ਪ੍ਰਗਤੀਵਾਦੀ ਸੀ। ਉਹਨਾਂ ਨੇ ਬੜੇ ਕਾਵ ਸੰਗ੍ਰਹਿ, ਨਾਵਲ, ਸਵੈ ਜੀਵਨੀ, ਸਫ਼ਰਨਾਮਾ, ਕਹਾਣੀ ਸੰਗ੍ਰਹਿ ਬਹੁਤ ਲਿਖੇ। ਇਹਨਾਂ ਦੀ ਕੁਝ ਪ੍ਰਸਿੱਧ ਕਹਾਣੀਆਂ ਜਿਵੇਂ ਸਾਂਝੀ ਕੰਧ ਹੈ, ਸਵੇਰ ਹੋਣ ਤੱਕ, ਕੋਈ ਇੱਕ ਸਵਾਰ, ਮੇਰਾ ਉਜੜਿਆ ਗੁਆਂਢੀ ਆਦਿ ਹਨ। ਇਹਨਾਂ ਦੇ ਕਹਾਣੀ ਸੰਗ੍ਰਹਿ ਵੀ ਬਹੁਤ ਹਨ ਜਿਵੇਂ ਸਿੱਟਿਆਂ ਦੀ ਛਾਂ, ਸਵੇਰ ਹੋਣ ਤੱਕ, ਸਾਂਝੀ ਕੰਧ, ਊਸ਼ਾ ਭੈਣ ਜੀ ਚੁੱਪ ਹਨ, ਪੱਖੀ। ਔਰ ਇਹਨਾਂ ਦੀ ਕਹਾਣੀ ਸੰਗ੍ਰਹਿ ਪੱਖੀ ਨੂੰ 1996 ਈਸਵੀ ਵਿੱਚ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੁਰਸਕਾਰ ਪ੍ਰਾਪਤ ਹੋਇਆ ਸੀ। ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਮਨੁੱਖ ਵਿਰੋਧੀ ਤਾਕਤਾਂ ਵਿਰੁੱਧ ਕਾਫੀ ਲੜਾਈਆਂ ਲੜੀਆਂ ਔਰ ਇਸ ਕਰਕੇ ਇਹਨਾਂ ਦੀ ਕਹਾਣੀ ਦੇ ਵਿੱਚ ਹੱਕ ਅਤੇ ਸੱਚ ਨਾਲ ਲੜਨ ਲਈ ਪ੍ਰੇਰਨਾ ਮਿਲਦੀ ਹੈ। ਸੋ ਇਹ ਸਾਂਝੀ ਕਹਾਣੀ ਵੀ ਬੱਚਿਓ 2 ਭਰਾਵਾਂ ਦੀ ਕਹਾਣੀ ਹੈ, ਜਿਸ ਵਿੱਚ ਇੱਕ ਭਰਾ ਆਪਣੇ ਹੱਕ ਅਤੇ ਸੱਚ ਲਈ ਲੜਦਾ ਹੈ, ਪਰ ਭਰਾ ਦੇ ਨਾਲ ਬੜਾ ਨਰਮਾਈ ਨਾਲ, ਬੜਾ ਹਮਦਰਦੀ ਨਾਲ, ਪਿਆਰ ਵਾਲਾ ਰਿਸ਼ਤਾ ਬਣਾਈ ਰੱਖਦਾ ਹੈ। ਤਾਂ ਚਲੋ ਪੜ੍ਹਦੇ ਹਾਂ ਕਹਾਣੀ ਸਾਂਝੀ ਕੰਧ। 8 ਮਹੀਨੇ ਦੀ ਖੱਜਲ ਖੁਆਰੀ ਮਗਰੋਂ, ਪਰੇਸ਼ਾਨੀ ਮਗਰੋਂ, ਜਦ ਕਪੂਰ ਸਿੰਘ ਵਿਚਾਰਾ ਮਸੀਂ ਘਰ ਬਣਾਉਣ ਦੀ ਪੁੱਜਤ ਵਿੱਚ ਹੋਇਆ ਤਾਂ ਰੇੜਕਾ ਸਾਂਝੀ ਕੰਧ ਉੱਤੇ ਪੈ ਗਿਆ। ਰੇੜਕਾ ਝਗੜਾ। ਇਹ ਕੰਧ ਉਹਦੇ ਚਾਚੇ ਦੇ ਪੁੱਤ ਦਰਬਾਰੇ ਨਾਲ ਸਾਂਝੀ ਸੀ। ਪਿਛਲੇ ਵਰ੍ਹੇ ਦੀਆਂ ਬਾਰਿਸ਼ਾਂ ਵਿੱਚ ਕਪੂਰ ਸਿੰਘ ਦਾ ਘਰ ਢਹਿ ਗਿਆ ਸੀ। ਉਂਝ ਤਾਂ ਕਿੰਨੇ ਹੀ ਘਰ ਢਹਿ ਗਏ ਸਨ, ਪਰ ਕਪੂਰ ਸਿੰਘ ਦੇ ਘਰ ਦਾ ਢਹਿਣਾ ਪਿੰਡ ਵਿੱਚ ਸਭ ਤੋਂ ਵੱਡੀ ਦੁਰਘਟਨਾ ਸੀ। ਇੱਕ ਵੀ ਖਣ ਸਾਬਤ ਨਹੀਂ ਸੀ ਬਚਿਆ। ਖਣ ਹੁੰਦਾ ਹੈ ਛੱਤ ਦੇ 2 ਸ਼ਤੀਰਾਂ ਦੇ ਵਿਚਕਾਰਲੀ ਥਾਂ। ਪੈਸੇ ਵੱਲੋਂ ਕਪੂਰ ਸਿੰਘ ਅੱਗੇ ਹੀ ਕਮਜ਼ੋਰ ਸੀ। ਖਬਰੇ ਕਿਵੇਂ ਅੰਦਰੋਂ ਅੰਦਰ ਆਪਣੀ ਕਬੀਲਦਾਰੀ ਤੋੜਦਾ ਸੀ। ਪਹਿਲਾਂ ਉਹ ਮਕਾਨ ਵਾਸਤੇ ਕਰਜ਼ੇ ਲਈ ਜ਼ਿਲ੍ਹੇ ਦੇ ਦਫ਼ਤਰਾਂ ਵਿੱਚ ਧੱਕੇ ਖਾਂਦਾ ਰਿਹਾ। ਉੱਥੇ ਵਜ਼ੀਰਾਂ ਦੀਆਂ ਸਿਫਾਰਸ਼ਾਂ ਚੱਲਦੀਆਂ ਸਨ। ਹਾਰ ਕੇ ਉਹਨੂੰ 10 ਵਿਗੇ ਭੋਂ ਬੈ ਕਰਨੀ ਪਈ। ਭੋਂ ਮੀਨਸ ਹੁੰਦਾ ਹੈ ਜ਼ਮੀਨ, ਬੈ ਕਰਨੀ ਪਈ, ਵੇਚਣੀ ਪਈ। ਕਿੰਨਾ ਕੁ ਚਿਰ ਬੇਗਾਨੇ ਘਰਾਂ ਵਿੱਚ ਟੱਬਰ ਉਲਦਾ ਰਹੇ। ਇੱਟਾਂ ਸੁਟਾ ਲਈਆਂ, ਸੀਮੇਂਟ ਦਾ ਵੀ ਬੰਦੋਬਸਤ ਬਣ ਗਿਆ, ਪਰ ਜਦ ਤੱਕ ਦਰਬਾਰੇ ਨਾਲ ਗੱਲ ਨਾ ਖੋਲੀ ਜਾਵੇ ਤੇ ਕੰਮ ਕਿਵੇਂ ਸ਼ੁਰੂ ਹੋ ਸਕਦਾ ਹੈ। ਸਾਹਮਣੇ ਗਲੀ ਸੀ, ਕਿਸੇ ਦਾ ਰੋਲਾ ਨਹੀਂ। ਸੱਜੇ ਪਾਸੇ ਦੀ ਕੰਧ ਚਾਚੀ ਰਾਮ ਕੌਰ ਨਾਲ ਸਾਂਝੀ ਸੀ। ਕਪੂਰ ਸਿੰਘ ਦੇ ਨਾਲ ਹੀ ਦਰਬਾਰੇ ਦੇ ਘਰ ਦਾ ਵੀ ਕੁਝ ਹਿੱਸਾ ਡਿੱਗ ਪਿਆ ਸੀ, ਜਿਸ ਤੋਂ ਉਹ ਆਪ ਤੰਗ ਸੀ ਤੇ ਉਹਨੂੰ ਆਪ ਕੰਧ ਦੀ ਲੋੜ ਵੀ ਸੀ। ਪਿਛਲੇ ਪਾਸੇ ਚੰਨਨ ਸਿੰਘ ਚੀਨੀਏ ਦੀ ਆਬਾਦੀ ਸੀ। ਕਦੇ ਨਾ ਕਦੇ ਉਹਨੇ ਵੀ 2 ਖਾਨ ਆਬਾਦੀ ਵਿੱਚ ਛੱਤਨੇ ਹੀ ਸਨ। ਇਸ ਲਈ ਉਹਨੇ ਸ਼ਤੀਰ ਧਰਨ ਵੇਲੇ ਅੱਧ ਦੇਣਾ ਮੰਨ ਲਿਆ। ਝਗੜਾ ਸੀ ਤਾਂ ਦਰਬਾਰੇ ਵਾਲੀ ਖੱਬੀ ਬਾਹੀ ਦਾ, ਤੇ ਇਹ ਝਗੜਾ ਥੋੜੇ ਕਿਤਿਆਂ ਮੁੱਕਦਾ ਨਹੀਂ ਸੀ ਦਿਸਦਾ। 1-2 ਵਾਰੀ ਕੰਧ ਕਰਨ ਲਈ ਕਪੂਰ ਸਿੰਘ ਨੇ ਦਰਬਾਰੇ ਨੂੰ ਆਖਿਆ, ਪਰ ਉਸਨੇ ਕੋਈ ਹੂੰ-ਹਾਂ ਨਾ ਕੀਤੀ। ਸਗੋਂ ਰੁੱਖਾ ਜਿਹਾ ਜਵਾਬ ਦਿੰਦਿਆਂ ਕਿਹਾ, ਜਦ ਕੰਧਾਂ ਦੇ ਸਮੇਂ ਆਉਣਗੇ ਕੰਧਾਂ ਦੇਖੀਆਂ ਜਾਣਗੀਆਂ। ਪਰ ਕਪੂਰ ਸਿੰਘ ਲਈ ਹੁਣ ਹੋਰ ਸਮਾਂ ਕਦੋਂ ਹੋਣਾ ਸੀ, ਜਿਹੜਾ ਘਰੋਂ ਬੇਘਰ ਹੋਇਆ ਬੈਠਾ ਸੀ। ਦਰਬਾਰੇ ਵਾਲੀ ਇਹ ਕੰਧ ਵਡਾਰੂਆਂ ਵੇਲੇ ਦੀ, ਬਜ਼ੁਰਗਾਂ ਵੇਲੇ ਦੀ, ਕੱਚੀ ਤੇ ਥਾਂ ਤੋਂ ਗਈ ਹੋਈ ਸੀ। ਕੋਈ ਥਾਂ ਤੇ 4-4 ਉਂਗਲ ਦੀਆਂ ਭਗਾਂ ਜੀਆਂ ਖੁੱਲੀਆਂ ਹੋਈਆਂ ਸਨ। ਭਗਾਂ ਵਿਰਲਾਂ, ਉਂਝ ਵੀ ਥੋਥੜ ਜਿਵੇਂ ਰੇਹੀ ਦੀ ਖਾਧੀ ਹੁੰਦੀ ਹੈ। ਰੇਹੀ ਕਲਰ ਵਾਲੀ, ਆਰ ਪਾਰ ਕਈ ਮੋਰੀਆਂ, ਪਿੱਛੇ ਕੋਠੜੀ ਦੇ ਸ਼ਤੀਰ ਦੱਬੇ ਹੋਏ ਤੇ ਛੱਤ ਝੁਕੀ ਹੋਈ। ਲੋੜ ਅਸਲ ਵਿੱਚ ਦਰਬਾਰੇ ਨੂੰ ਵੀ ਕੰਧ ਦੀ ਓਨੀ ਹੀ ਸੀ ਜਿੰਨੀ ਕਪੂਰ ਸਿੰਘ ਨੂੰ। ਨਵੀਂ ਕੰਧ ਮਾੜੀ ਵੀ ਕਿਸ ਨੂੰ ਰਹਿੰਦੀ ਹੈ, ਪਰ ਬਹਾਨੇ ਲਈ ਇੱਕ ਲੇਖੇ ਉਹਨੂੰ ਇਹ ਕੰਧ ਬਿਨਾਂ ਸਰਦਾ ਵੀ ਸੀ। ਉਹਦੇ ਕੋਲ 2 ਘਰ ਸਨ। ਇਸ ਪੁਰਾਣੇ ਕੋਠੇ ਵਿੱਚ ਤਾਂ ਉਹਦਾ ਕੱਖ ਕੰਡਾ ਤੇ ਡੰਗਰ ਵੱਛਾ ਹੁੰਦਾ ਸੀ। ਆਪ ਉਹ ਇਸ ਤੋਂ ਅਗਲੇ ਘਰ ਵਿੱਚ ਰਹਿੰਦੇ ਸਨ, ਜਿਸ ਦੀ ਹਾਲਤ ਬਹੁਤ ਚੰਗੀ ਸੀ ਤੇ ਜੋ ਉਹਨਾਂ ਦੇ ਗੁਜ਼ਾਰੇ ਲਈ ਕਾਫੀ ਸੀ। ਪਰ ਕਪੂਰ ਸਿੰਘ ਨੂੰ ਤਾਂ ਕੰਧ ਬਣਾਏ ਬਿਨਾਂ ਕਿਸੇ ਤਰ੍ਹਾਂ ਵੀ ਨਹੀਂ ਸੀ ਸਰਦਾ। ਨਵੇਂ ਘਰ ਉੱਤੇ ਜਿਸ ਨੇ ਨਵੇਂ ਸਿਰਿਓਂ ਪੈਸਾ ਲਾਉਣਾ ਹੋਵੇ, ਉਹ ਹੁਣ ਕੱਚੀ ਵੀ ਕਿਉਂ ਰੱਖੇ।
ਤਿੰਨਾਂ ਪਾਸਿਆਂ ਦੀਆਂ ਕੰਧਾਂ ਪੱਕੀਆਂ ਨਿਕਲਦੀਆਂ ਸਨ। ਇਸ ਚੌਥੀ ਨੂੰ ਕੱਚੀ ਰੱਖ ਕੇ ਉਹ ਮਕਾਨ ਦੀ ਜ਼ਖਨਾ ਵੀ ਕਿਵੇਂ ਪੁੱਟ ਲਵੇ, ਉਸ ਨੂੰ ਕਿਵੇਂ ਖਰਾਬ ਕਰ ਦੇਵੇ। ਪੱਕੀਆਂ ਕੰਧਾਂ ਉੱਤੇ ਕਦੇ ਚੁਬਾਰੇ ਵੀ ਬਣ ਸਕਦੇ ਹਨ। ਕੱਚੀਆਂ ਤੇ ਬੋਦੀਆਂ ਕੰਧਾਂ ਦੇ ਅੱਗੇ ਥੋੜੇ ਹੱਥ ਲੱਗੇ ਸਨ। ਬੋਦੀਆਂ ਖੋਖਲੀਆਂ। ਕਪੂਰ ਸਿੰਘ ਬੜਾ ਤੰਗ ਪਿਆ। ਸ਼ਰੀਕ, ਭਰਾ ਭਾਈ, ਹਿੱਸੇਦਾਰ। ਕਹਿੰਦੇ ਹੁੰਦੇ ਨੇ ਮਿੱਟੀ ਦਾ ਵੀ ਬੁਰਾ। ਉਹਨੂੰ ਰਹਿ ਰਹਿ ਕੇ ਦਰਬਾਰੇ ਉੱਤੇ ਗੁੱਸਾ ਆਉਂਦਾ, ਪਰ ਗੁੱਸੇ ਨਾਲ ਉਹ ਜਾਣਦਾ ਸੀ ਉਹਦਾ ਕੰਮ ਸਰਨਾ ਨਹੀਂ। ਚਾਚੀ ਰਾਮ ਕੌਰ, ਚੰਨਨ ਸਿੰਘ ਚੀਨੀਆ ਤੇ ਹੋਰ ਕਈਆਂ ਨੂੰ ਉਹਨੇ ਆਖਿਆ ਕਿ ਉਹੀ ਦਰਬਾਰੇ ਨੂੰ ਜਾ ਕੇ ਸਮਝਾਉਣ, ਪਰ ਦਰਬਾਰਾ ਸੀ ਕਿ ਰੱਸੀ ਦਾ ਸੱਪ ਬਣਿਆ ਬੈਠਾ ਸੀ। ਗਲੀ ਗੁਆਂਢ, ਮਿੱਤਰ ਪਿਆਰਾ ਜਦ ਕਿਸੇ ਨੂੰ ਵੀ ਆਈ ਗਈ ਨਾ ਦਿੱਤੀ ਤਾਂ ਉਹਨੇ ਸੋਚਿਆ ਇੱਕ ਵਾਰ ਫੇਰ ਉਹ ਆਪ ਜਾ ਕੇ ਦਰਬਾਰੇ ਨੂੰ ਸਮਝਾਵੇ, ਖਬਰੇ ਕੋਈ ਗੱਲ ਉਹਦੀ ਅਕਲ ਵਿੱਚ ਆ ਜਾਵੇ। ਅਗਲੀ ਸਵੇਰ ਉਹਨੇ ਦਰਬਾਰੇ ਦੇ ਬੂਹੇ ਅੱਗੇ ਥੋੜਾ ਔਹਲ ਕੇ ਛੇਤੀ ਨਾਲ ਆਵਾਜ਼ ਮਾਰੀ। ਅੰਦਰੋਂ ਕੁੜੀ ਨੇ ਦੱਸਿਆ ਕਿ ਉਹ ਹੁਣੇ ਪਟਵਾਰੀ ਵੱਲ ਨੂੰ ਗਿਆ ਹੈ। ਕਪੂਰ ਸਿੰਘ ਮਗਰੋਂ ਤੁਰ ਪਿਆ। ਉੱਥੇ ਹੀ ਦੋ ਆਦਮੀਆਂ ਦੇ ਸਾਹਮਣੇ ਗੱਲ ਕਰਨੀ ਯੋਗ ਸਮਝੀ। ਜਾਂਦੇ ਨੂੰ ਅੱਗੇ ਰਾਮ ਰਤਨ ਪਟਵਾਰੀ, ਤੰਮਾ ਸਿੰਘ ਸਰਪੰਚ, ਟੁੰਡਾ ਲੰਬਰਦਾਰ ਤੇ ਇੱਕ ਦੋ ਹੋਰ ਆਦਮੀ ਮੰਜਿਆਂ ਉੱਤੇ ਬੈਠੇ ਸਨ। ਦਰਬਾਰਾ ਪਟਵਾਰੀ ਦੀ ਪੈਂਦ ਬੈਠਾ ਜਿਵੇਂ ਕੁਝ ਲਿਖਵਾ ਰਿਹਾ ਸੀ। ਕਪੂਰ ਸਿੰਘ ਨੇ ਸਾਰਿਆਂ ਨੂੰ ਹੀ ਸਾਂਝੇ ਮੰਨ ਕੇ ਦਰਬਾਰੇ ਨੂੰ ਧੀਰਜ ਨਾਲ ਆਖਿਆ, ਭਾਈ ਦਰਬਾਰੇ ਸਿਆਂ, ਕੰਧ ਦਾ ਫੇਰ ਹੋਣ ਕਿਕਨ ਕਰਨਾ ਹੈ? ਕਿਹੜੀ ਕੰਧ? ਦਰਬਾਰੇ ਨੇ ਤਾਂ ਪੈਰਾਂ ਉੱਤੇ ਪਾਣੀ ਨਾ ਪਹਿਨ ਦਿੱਤਾ। ਤੂੰ ਭੁੱਲਿਆ ਹੋਇਆ ਹੈ? ਕਪੂਰ ਸਿੰਘ ਬੋਲਿਆ। ਆਪਣੀ ਸਾਂਝੀ। ਮੈਨੂੰ ਨਹੀਂ ਲੋੜ ਕੰਧ ਕਰਨ ਦੀ। ਉਹ ਭਰਿਆ ਵਾਂਗ ਦਰਬਾਰੇ ਨੇ ਉਹਦੇ ਵੱਲੋਂ ਮੂੰਹ ਫੇਰ ਕੇ ਹਵਾ ਵਿੱਚ ਜਿਵੇਂ ਖਾਲੀ ਝਾਂਕਦੇ ਹੀ ਕਿਹਾ, ਜੇ ਤੈਨੂੰ ਲੋੜ ਨਹੀਂ ਤਾਂ ਮੈਨੂੰ ਤਾਂ ਹੈ। ਕਪੂਰ ਸਿੰਘ ਨੇ ਮਾੜਾ ਜਿਹਾ ਹੋ ਕੇ ਬੋਲਿਆ, ਪਰ ਇਹ ਗੱਲ ਦਰਬਾਰੇ ਦੇ ਨੇੜਿਓਂ ਵੀ ਨਾ ਲੱਗੀ। ਉਹਨੇ ਹੋਰ ਵੀ ਰੁੱਖੀ ਤਰ੍ਹਾਂ ਕਿਹਾ, ਤੈਨੂੰ ਲੋੜ ਹੈ ਤਾਂ ਤੂੰ ਕਰ ਲੈ। ਮੈਂ ਕਿਵੇਂ ਕਰ ਸਕਦਾ ਭਲਾ? ਐਡੀ ਬੜੀ ਕੰਧ, ਕੱਲਾ 40 ਫੁੱਟ ਲੰਮੀ, 14 ਫੁੱਟ ਉੱਚੀ, 2 ਇੰਚ ਚੌੜੀ। ਫਿਰ ਮੇਰੇ ਸਿਰ ਸਾਨ ਹੈ? ਸਾਨ ਤਾਂ ਨਹੀਂ, ਮੇਰਾ ਕੰਮ ਤਾਂ ਅਟਕਿਆ ਖੜਾ ਹੈ ਨਾ। ਮੈਨੂੰ ਜ਼ਿੰਮੇਵਾਰੀ ਹੈ ਤੇਰੇ ਕੰਮ ਦੀ। ਅਟਕਿਆ ਅਟਕਾ ਰਹੀ। ਦਰਬਾਰਾ ਸਿਰ ਨੂੰ ਆਇਆ। ਕੋਲੋ ਪਟਵਾਰੀ ਨੇ ਹੋਲੀ ਜਿਹੀ ਆਖਿਆ, ਕਾਨੂੰ ਬਾਖੇ ਚੋੜੇ ਹੁੰਦੇ ਹੋ, ਮੁਕਾ ਲਓ ਰਲ ਕੇ। ਪਰ ਸਰਪੰਚ ਨੇ ਮਲਵੀ ਜੀਬ ਨਾਲ ਚੱਬ ਕੇ ਟੋਕਿਆ, ਆਪਾਂ ਨੇ ਕਾਨੂੰ ਆਉਣਾ ਹੈ ਵਿੱਚ ਪਟਵਾਰੀ ਜੀ, ਭਾਈ ਭਾਈ ਨੇ ਆਪੇ ਸਮਝਣਗੇ। ਕਪੂਰ ਸਿੰਘ ਸਰਪੰਚ ਦਾ ਰੁਖ ਤਾੜ ਗਿਆ। ਅੱਗੇ ਵੀ ਉਹ ਕਈ ਵਰਿਆਂ ਤੋਂ ਉਹਦੇ ਨਾਲ ਲੱਗਦਾ ਆਉਂਦਾ ਸੀ। ਦਰਬਾਰੇ ਕਪਲ ਨੂੰ, ਮੂਰਖ ਨੂੰ ਇਨ੍ਹਾਂ ਗੱਲਾਂ ਦੀ ਕੀ ਸ਼ਰਮ? ਹੁਣ ਜੇ ਕਪੂਰ ਸਿੰਘ ਦਾ ਭਾਈ ਸਰਪੰਚ ਨੂੰ ਉਹਦੇ ਖਿਲਾਫ ਵਰਤਣ ਲਈ ਮਿਲੇ ਤਾਂ ਹੋਰ ਉਹਨੂੰ ਕੀ ਚਾਹੀਦਾ ਸੀ? ਉਹਨੇ ਹੋਰ ਨਰਮ ਹੋ ਕੇ ਦਰਬਾਰੇ ਨੂੰ ਸਮਝਾਉਣਾ ਚਾਹਿਆ, ਦਰਬਾਰਾ ਸਿਆਂ, ਮੈਂ ਤੈਨੂੰ ਮਿੰਨਤ ਨਾਲ ਕਹਿਣਾ, ਆਪਾਂ ਕਬੀਲਦਾਰਾਂ, ਲੜਦੇ ਚੰਗੇ ਨਹੀਂ ਲੱਗਦੇ। ਆ ਰਲ ਕੇ ਕੰਧ ਬਣਾਈਏ। ਤੂੰ ਹਾਂ ਕਰ, ਜੇ ਕੁਨ ਕਹੇਗਾ ਮੈਂ ਉਹ ਕਣ ਮੰਨ ਲੂੰਗਾ। ਕੰਧ ਹੈ ਮਾੜੀ, ਦੋਹਾਂ ਨੂੰ ਇਹ ਤਾਂ ਸੁੱਖ ਹੈ। ਮਾੜੀ ਮੋਟੀ ਕੰਧੋੜੀ ਹੁੰਦੀ ਤਾਂ ਮੈਂ ਤੈਨੂੰ ਕਹਿੰਦਾ ਵੀ ਨਾ। ਸਾਰਾ ਭਾਰ ਚੱਕਣਾ ਮੈਨੂੰ ਵੀ ਔਖਾ ਹੈ। ਤੂੰ ਮੈਨੂੰ ਬਹੁਤਾ ਚਕਾ ਦੇ, ਆਪ ਥੋੜਾ ਚੱਕ ਲਈ। ਕਪੂਰ ਸਿੰਘ ਦੀ ਨਰਮਾਈ ਨੇ ਦਰਬਾਰੇ ਦੀ ਅੜਬਾਈ ਨੂੰ ਕੁਝ ਢਿੱਲੀ ਕਰ ਦਿੱਤਾ। ਘੁੱਟੀਆਂ ਉਹਦੇ ਮੱਥੇ ਵਿੱਚੋਂ ਮਿਟਣ ਲੱਗੀਆਂ। ਪਲ ਦੀ ਪਲ ਹਾਂ ਕਰ ਦੇਣ ਲਈ ਉਹਦਾ ਜੀ ਵੀ ਕੀਤਾ, ਪਰ ਉਦੋਂ ਹੀ ਹੋਲੀ ਜਿਹੀ ਸਰਪੰਚ ਖੰਗੂਰਿਆ। ਐਨੀ ਹੋਲੀ ਤੇ ਐਨਾ ਬੇਮਲੂਮ, ਜਿਸ ਵਿਚਲੀ ਰਮਜ਼ ਨੂੰ ਦਰਬਾਰਾ ਹੀ ਬੁੱਝ ਸਕੇ। ਦਰਬਾਰੇ ਨੂੰ ਫਿਰ ਵੱਟ ਚੜ ਗਿਆ ਤੇ ਉਹਦਾ ਪੱਧਰ ਹੁੰਦੇ ਮੱਥੇ ਵਿੱਚ ਘੁੱਟੀਆਂ ਫੇਰ ਸੰਘਣੀਆਂ ਹੋ ਗਈਆਂ। ਉਹ ਮੈਂ ਸ਼ੁਦਾਈਆਂ ਜਿਹੜਾ ਮੱਲੋ ਮੱਲੀ ਕਿਸੇ ਦਾ ਭਾਰ ਚੱਕਦਾ ਫਿਰਾਂ। ਫਿਰ ਤੈਨੂੰ ਇਨਕਾਰ ਕਿਹੜੀ ਗੱਲ ਹੈ? ਕਪੂਰ ਸਿੰਘ ਨੇ ਫਿਰ ਵੀ ਭਾਈ ਬੰਦੀ ਵਰਤੀ। ਕੀ ਕਰੇ, ਉਹਨੂੰ ਲੋੜ ਜੋ ਸੀ। ਮੇਰੇ ਵਿੱਚ ਨਹੀਂ ਜਾਨ ਪੈਸਾ ਖਰਚਣ ਦੀ, ਮੈਂ ਫਾਇ ਚੜਾਂ? ਦਰਬਾਰਾ ਉਸੇ ਤਰ੍ਹਾਂ ਹਵਾ ਨੂੰ ਘੂਰਦਾ ਸੀ। ਖਰਚ ਹਾਲੇ ਮੈਂ ਕਰ ਦਿੰਨਾ, ਤੂੰ ਫੇਰ ਦੇ ਦੇਈਂ। ਜਦ ਹੋਣਗੇ ਉਦੋਂ ਦੇ ਦੇਈਂ। ਮੈਂ ਐਵੇਂ ਤੇਰੀ ਜੁੱਤੀ ਹੇਠਾਵਾਂ? ਦਰਬਾਰਾ ਕਿਸੇ ਰਾਹ ਵੀ ਨਹੀਂ ਸੀ ਤੁਰਨ ਦਿੰਦਾ। ਭਾਈ ਜੇ ਮਿੱਤਰ ਹੋਵੇ ਤਾਂ ਉਹਦੇ ਵਰਗਾ ਮਿੱਤਰ ਨਹੀਂ, ਜੇ ਭਾਈ ਦੁਸ਼ਮਣ ਬਣ ਜਾਵੇ ਤਾਂ ਉਹਦੇ ਵਰਗਾ ਕੋਈ ਦੁਸ਼ਮਣ ਵੀ ਨਹੀਂ। ਟੁੰਡੇ ਲੰਬਰਦਾਰ ਨੇ ਗੱਲ ਮੁਕਾਉਣੀ ਚਾਹੀ।
ਉਹ ਲੈਣਾ ਦੇਣਾ ਬਣਿਆ ਹੀ ਹੋਇਆ ਹੈ, ਕੋਈ ਨਹੀਂ, ਡਰ ਨਹੀਂ ਅੱਗੜ ਪਿੱਛੜ ਦਾ ਵੀ। ਕਪੂਰ ਸਿੰਘ ਦੀ ਹਾਲਤ ਉੱਤੇ ਉਹਨੂੰ ਤਰਸ ਆ ਰਿਹਾ ਸੀ। ਤੈਨੂੰ ਨਹੀਂ ਪਤਾ ਚਾਚਾ? ਦਰਬਾਰੇ ਨੇ ਝੱਟ ਤਾੜ ਦਿੱਤਾ। ਉਹ ਚੁੱਪ ਕਰ ਗਿਆ। ਕਿਹੜਾ ਲੱਕੜ ਤੋਂ ਆਪਣੀ ਹੇਠੀ ਕਰਾਵੇ? ਕਪੂਰ ਸਿੰਘ ਦੁਖੀ ਹੋ ਗਿਆ ਕਿ ਕੀ ਕਰੇ ਤੇ ਕੀ ਨਾ ਕਰੇ। ਇਹ ਬੇਈਮਾਨ ਤਾਂ ਕਿਸੇ ਪਾਸੇ ਦਾ ਨਹੀਂ ਮੰਨਦਾ। ਪੱਲਿਓ 400 ਰੁਪਏ ਲਾ ਕੇ ਉਸ ਨੂੰ ਮੁਫਤ ਵਿੱਚ ਕੰਧ ਬਣਾ ਕੇ ਦੇ ਦਿਓ ਤਾਂ ਲੋੜ ਹੈ, ਜੇ ਅੱਧ ਮੰਗੋ ਤਾਂ ਲੋੜ ਨਹੀਂ। ਉਹ ਜਾਣਦਾ ਹੈ ਕੰਧ ਤਾਂ ਇਹਨੂੰ ਆਪਣੀ ਲੋੜ ਨੂੰ ਬਣਾਉਣੀ ਹੀ ਪੈਣੀ ਹੈ। ਉਹ ਕਿਉਂ ਖਾਮ-ਖਾ ਹਮੀ ਭਰੇ? ਸ਼ਤੀਰ ਉਹਦੇ ਕੋਈ ਲਾ ਨਹੀਂ ਸਕਦਾ। ਦਰਬਾਰਾ ਸਿਆਂ ਕਪੂਰ ਸਿੰਘ ਬਿਰ-ਬਿਰ ਕਰਨ ਲੱਗਾ। ਉਹ ਮੇਰੇ ਹਾਲ ਕੰਨੀ ਦੇਖ, ਕਿੰਨੀ ਚਿਰ ਹੋ ਗਿਆ ਹੈ ਮੈਨੂੰ ਰੁਲਦੇ ਨੂੰ। ਹੁਣ ਤੂੰ ਐਵੇਂ ਅੜੀਕਾ ਨਾ ਡਾ, ਜਿੱਕਣ ਕਰੇਗਾ ਔਖਣ ਕਰ ਲਾਂਗੇ। ਨਿੱਕਾ ਜਿਹਾ ਖੰਗੂਰਾ ਫੇਰ ਸੁਣਿਆ। ਦਰਬਾਰੇ ਵਿੱਚ ਜਿਵੇਂ ਓਪਰੀ ਹਵਾ ਆ ਗਈ ਹੋਵੇ। ਬਿਨਾਂ ਅੱਖ ਮਿਲਾਏ ਉਹਨੇ ਕੋਰਾ ਹੋ ਕੇ ਆਖਿਆ, ਮੇਰਾ ਹਾਲ ਕਿਹੜਾ ਚੰਗਾ ਹੈ, ਮੈਂ ਤੇਰੇ ਹਾਲ ਕੰਨੀ ਦੇਖਾਂ। ਪਟਵਾਰੀ, ਸਰਪੰਚ, ਲੰਬਰਦਾਰ ਤੇ ਹੋਰ ਸਾਰੇ ਚੁੱਪ ਕਰਕੇ ਸੁਣਦੇ ਰਹੇ। ਕਪੂਰ ਸਿੰਘ ਨੇ ਹੋਰ ਮੁੱਚ ਕੇ ਹੋਰ ਸਮਾਈ ਨਾਲ ਆਖਿਆ, ਉਹ ਡੂਡ ਇੱਟ ਦੀ ਨਾ ਸਹੀ, ਇੱਕ ਇੱਟ ਦੀ ਕਰ ਲੈ। ਇੱਕ ਇੱਟ ਵੀ ਨਹੀਂ ਕਰਨੀ, ਉਹ ਕੱਚੀ ਕਰ ਲੈ, ਕੱਚੀ ਨਾ ਪੱਕੀ। ਉਹ ਚੱਲ ਤੂੰ ਇੱਟਾਂ ਦਾ ਯਾਦ ਦੇ ਮਜ਼ਦੂਰੀ ਨਾ ਸਹੀ। ਉਹਨੇ ਹੋਰ ਕਾਂਪ ਖਾਧੀ, ਪਰ ਦਰਬਾਰਾ ਤਾਂ ਇੱਕੋ ਆਟੇ ਦਾ ਸ਼ੀਸ਼ ਸੀ। ਹੋਰ ਵਿਗੜ ਕੇ ਬੋਲਿਆ, ਜਦ ਮੈਂ ਕਿਹੜਾ ਕਹਿ ਦਿੱਤਾ ਮੈਨੂੰ ਨਹੀਂ ਲੋੜ, ਮੈਂ ਨਹੀਂ ਕਰਨੀ, ਮੈਨੂੰ ਨਾ ਕਹੀਂ। ਜੇ ਕੰਧ ਕਪੂਰ ਵੀ ਨਾ ਕਰੇ ਤਾਂ ਵੀ ਢਾਉਣ ਵੇਲੇ ਤਾਂ ਆਦੀ ਦਾ ਕੋਲ ਹੋਣਾ ਜ਼ਰੂਰੀ ਸੀ। ਆਪਣੇ ਘਰ ਨੂੰ ਸਾਹਮਣਾ ਸ਼ਤੀਰਾਂ ਹੇਠ ਥੰਮੀਆਂ ਦੇਣੀਆਂ। ਉਹਨੇ ਨਾ ਹੋਰ ਵੀ ਠੰਮੇ ਨਾਲ ਦਰਬਾਰੇ ਨੂੰ ਆਖਿਆ, ਪਰ ਤੇਰੀ ਰਜ਼ਾਮੰਦੀ ਬਿਨਾਂ ਮੈਂ ਕੰਧ ਨੂੰ ਛੇੜਾਂ ਵੀ ਕਿਵੇਂ? ਉਹ ਤੂੰ ਕੋਲ ਤਾਂ ਖੜ, ਕੰਧ ਬਣੂਗੀ ਤਾਂ ਢਹਿ ਕੇ ਹੀ। ਮੈਂ ਤਾਂ ਸਰਦਾਰ ਜੀ ਅੱਗ ਨਹੀਂ ਲਾਉਣ ਜਾਂਦਾ ਕੰਧ ਨੂੰ, ਤੂੰ ਕਹਿੰਦਾ ਕੋਲ ਖੜ, ਮੈਨੂੰ ਚੱਟੀ ਪਈ ਹੈ। ਨਾ ਬਈ, ਵਿੱਚੋਂ ਹੀ ਕਿਸੇ ਦੇ ਦਰਬਾਰੇ ਦੀ ਗੱਲ ਤੋਂ ਆਖਿਆ, ਆ ਤਾਂ ਬੇਜਾ ਹੈ। ਹੁਣ ਤਾਂ ਕਪੂਰ ਸਿੰਘ ਨੂੰ ਵੀ ਅੱਗ ਲੱਗ ਗਈ। ਇਹਨੂੰ ਕਹਿੰਦੇ ਨੇ ਸ਼ਰੀਕ। ਉਹਦੇ ਦਿਲ ਵਿੱਚ ਆਖਿਆ, ਬੰਦਾ ਕਿੱਥੋਂ ਕੁਝ ਤੱਕ ਸਬਰ ਕਰਦਾ ਰਹੇ। ਤਾਂ ਵੀ ਉਹ ਤੱਤ ਨੂੰ ਮਾਰ ਕੇ ਪਰ ਥੋੜਾ ਤੇਜ਼ ਹੋ ਕੇ ਬੋਲਿਆ, ਜੇ ਮੈਂ ਬਣਾ ਲਾ ਤਾਂ ਤੂੰ ਸ਼ਤੀਰ ਤਾਂ ਨਹੀਂ ਤਰੇਂਗਾ ਮੇਰੀ ਕੰਧ ਉੱਤੇ? ਸ਼ਤੀਰ ਤਰਨੋਂ ਮੈਨੂੰ ਕਿਹੜਾ ਹਟਾ ਸਕਦਾ ਹੈ? ਮੈਂ ਮਾਲਕ ਆ ਕੰਧ ਦਾ। ਦਰਬਾਰੇ ਨੇ ਹਿੱਕ ਥਾਪੜੀ। ਤੇਰੇ ਕੱਲੇ ਦੀ ਹੈ ਕੰਧ, ਮੇਰੀ ਨਹੀਂ? ਤੂੰ ਬੋਤਾ ਮਾਲਕ ਹੈ। ਜੇ ਪੱਖੇ ਨਾ ਕਪੂਰ ਸਿੰਘ ਤਾਂ ਕੀ ਕਰੇ? ਦਰਬਾਰੇ ਨੇ ਉਲਟੀ ਹੋਰ ਤੜੀ ਮਾਰੀ। ਮੈਂ ਤਾਂ ਸਰਦਾਰ ਜੀ ਤੇਰੇ ਉੱਤੇ ਅਰਜੀ ਦੇਣੀ ਹੈ। ਤੂੰ ਭਾਲਦਾ ਹੈ ਅੱਧ, ਤੇਰਾ ਕੋਠਾ ਢਹਿਣ ਨਾਲ ਕੰਧ ਹੋਗੀ ਨੰਗੀ। ਜੇ ਮੀਆਂ ਵਿੱਚ ਨੰਗੀ ਕੰਧ ਮੇਰਾ ਕੋਠਾ ਲੈ ਕੇ ਬਹਿ ਗਈ ਤਾਂ ਕੌਣ ਹੋਇਆ ਜ਼ਿੰਮੇਵਾਰ? ਹੁਣ ਤਾਂ ਕਪੂਰ ਸਿੰਘ ਹੋਰ ਵੀ ਭੜਕ ਪਿਆ। ਤੂੰ ਲਾ ਲਈ ਜਿਹੜਾ ਜ਼ੋਰ ਲਾਉਣਾ ਹੈ। ਮੈਂ ਜਾਣਦਾ ਜਿਹੜਾ ਵਕੀਲ ਤੇਰੇ ਅੰਦਰ ਬੋਲਦਾ ਹੈ। ਅਰਜ਼ੀ ਦਊ ਇਹ ਨਗੋਰਾ ਮੇਰੇ ਉੱਤੇ। ਹੁਣ ਗਿਣ ਕੇ ਲਈ ਤੂੰ ਹਰਜ਼ਾਨਾ ਮੇਰੇ ਕੋਲ ਹਵੇਲੀ ਦਾ। ਚੱਲ ਮੈਂ ਢਾਉਣਾ ਕੰਧ, ਆ ਹਟਾ ਤੂੰ ਮੈਨੂੰ। ਦਰਬਾਰਾ ਭਾਵੇਂ ਕਪੂਰ ਸਿੰਘ ਤੋਂ ਕੁਝ ਛੋਟਾ ਸੀ, ਸਰੀਰ ਦਾ ਵੀ ਲਿੱਸਾ, ਤੇ ਅੱਗੇ ਕਦੇ ਉਹਦੇ ਸਾਹਮਣੇ ਉਹ ਬੋਲਿਆ ਨਹੀਂ ਸੀ, ਪਰ ਚੁੱਕ ਬੁਰੀ ਹੁੰਦੀ ਹੈ ਨਾ। ਦਰਬਾਰਾ ਉੱਠ ਕੇ ਖੜਾ ਹੋ ਗਿਆ ਤੇ ਬਾਹਾਂ ਚਾੜਦਾ ਗੜਕੇ ਨਾਲ ਬੋਲਿਆ, ਤੂੰ ਹੱਥ ਤਾਂ ਲਾ ਜਾ ਕੇ ਕੰਧ ਨੂੰ। ਨੇੜੇ ਹੀ ਸੀ, ਦੋਵੇਂ ਉਲਝ ਪੈਂਦੇ ਕਿ ਟੁੰਡੇ ਲੰਬਰਦਾਰ ਨੇ ਝੱਟ ਉੱਠ ਕੇ ਦਰਬਾਰੇ ਨੂੰ ਡੱਕ ਦਿੱਤਾ ਤੇ ਕਪੂਰ ਸਿੰਘ ਨੂੰ ਚਲੇ ਜਾਣ ਦੀ ਸਹਿਨਤ ਕੀਤੀ। ਕਪੂਰ ਸਿੰਘ ਉੱਥੋਂ ਤੁਰ ਪਿਆ। ਮੈਂ ਕਿਹਾ ਚੱਲ ਤਾਂ ਸਹੀ, ਮੈਂ ਢਾਉਣਾ, ਤੂੰ ਹਟਾਈ, ਦੇਖੀ ਨਾਲੇ ਹੁਣ ਕੰਧ ਬਣਦੀ ਵੀ ਕਿਵੇਂ ਹੈ, ਨਾਲੇ ਨਾ ਦੇਈ ਖਾ ਭਲਾ ਤੂੰ ਅੱਧ। ਪਟਵਾਰਖਾਨੇ ਦਾ ਬੂਹਾ ਲੰਘਦਿਆਂ ਉਹ ਕਹਿ ਰਿਹਾ ਸੀ। ਸਾਰਾ ਪਿੰਡ ਦਰਬਾਰੇ ਨੂੰ ਕੋਸਣ ਲੱਗਾ। ਬਹੁਤ ਮਾੜੀ ਗੱਲ ਹੈ ਦਰਬਾਰੇ ਖਾਤਰ, ਕਿਸੇ ਲੋੜ ਤਾਂ ਬੰਦੇ ਨੂੰ ਮੰਨਣਾ ਚਾਹੀਦਾ। ਕਪੂਰ ਸਿੰਘ ਤੋਂ ਚੀਤੀ ਵਿੱਚ ਪੈ ਗਿਆ। ਘਰ ਬਣਾਵੇ ਕਿ ਨਾ ਬਣਾਵੇ, ਇਹ ਤੋਂ ਚੰਗਾ ਤਾਂ ਪਿੰਡੋਂ ਬਾਹਰ ਜਾ ਵਸਣਾ ਸੀ। ਕੰਧ ਬਣਦੀ ਦਿਸਦੀ ਨਹੀਂ, ਅੱਧੀ ਵੰਡ ਕੇ ਬਣਾਉਣ ਜਾਂ ਠੋਕਰਾ ਕਰਨ ਵਿੱਚ ਉਹ ਗੱਲ ਨਹੀਂ। ਚਾਰ ਚੁਫੇਰਿਓ ਪੱਕਾ ਸੋਹਲਾ ਟੱਲੀ ਵਰਗਾ ਚਕੋਰ ਘਰ ਬਣ ਜਾਂਦਾ। ਅਖੀਰ ਉਹਨੇ ਫੈਸਲਾ ਕੀਤਾ ਉਹ ਕੰਮ ਸ਼ੁਰੂ ਕਰੇ। ਜਦ ਕੰਧ ਉੱਤੇ ਆ ਗਿਆ ਤਾਂ ਆਪੇ ਕੋਈ ਨਾ ਕੋਈ ਰਾਹ ਨਿਕਲ ਆਵੇਗਾ। ਅੜਿਆ ਤਾਂ ਕਿਸੇ ਦਾ ਕੁਝ ਨਹੀਂ ਰਹਿੰਦਾ। ਪੱਕੀ ਬਣ ਗਈ ਤਾਂ ਚੰਗਾ, ਨਹੀਂ ਠੋਕਰਾ ਕਰਕੇ ਉੱਤੇ ਪਾਸਵੱਲੀਆਂ ਪਾ ਦਿਆਂਗੇ। ਪਾਸਵੱਲੀਆਂ ਛੱਤ ਦੀ ਕੰਧ ਉੱਤੇ ਉਸਦੇ ਬਰਾਬਰ ਰੱਖੀ ਹੋਈ ਸ਼ਤੀਰੀ। ਇੱਕ ਪਾਸਾ ਜਾਣੋ ਕੱਚਾ ਰਹਿ ਗਿਆ। ਹੋਰ ਹੁਣ ਕੀਤਾ ਵੀ ਕੀ ਜਾਵੇ। ਲੋਕ ਤਾਂ ਕਹਿੰਦੇ ਸਨ ਜਾ ਕੇ ਡਿਪਟੀ ਦੇ ਅਰਜ਼ੀ ਮਾਰੇ, ਪਰ ਮਾਮਲਾ ਹੋਰ ਚੱਕਰ ਵਿੱਚ ਪੈ ਜਾਣਾ ਸੀ। ਜੇਠ ਹਾੜ ਦੇ ਖੁੱਲ੍ਹੇ ਦਿਨ ਲੰਘਦੇ ਜਾਂਦੇ ਸਨ। ਜੇਸੇ ਤਰ੍ਹਾਂ ਕਰਦਾ ਸਿਆਲ ਆ ਗਿਆ ਤਾਂ ਕੰਮ ਰਾਜਾ ਤੋਂ ਉਂਝ ਵੀ ਨਹੀਂ ਮੁੱਕਿਆ ਕਰਨਾ।
ਤੇ ਨਾਲੇ ਹੁਣ ਤੱਕ ਖੁੰਝਿਆ ਖਬਰੇ ਕਦ ਉੱਤੇ ਜਾ ਪਵੇ। ਕੰਮ ਸ਼ੁਰੂ ਹੋ ਗਿਆ। ਚਾਚੀ ਰਾਮ ਕੌਰ ਵਾਲੀ ਕੰਧ ਢਾਹ ਕੇ ਮਜ਼ਦੂਰ ਨੀਆਂ ਕੱਢਣ ਲੱਗੇ। 3 ਦਿਨਾਂ ਵਿੱਚ ਕੰਧ ਸਿਰੇ ਜਾ ਲੱਗੀ। ਦਲਾਨ, ਵਰਾਂਡਾ, ਰਸੋਈ ਤੇ ਹੋਰ ਸਾਰੀਆਂ ਨੀਹਾਂ ਭਰੀਆਂ ਗਈਆਂ। ਬੈਠਕ ਦੀਆਂ ਕੰਧਾਂ ਉੱਠਣ ਲੱਗੀਆਂ। ਬੋਇਆਂ ਤੇ ਬਾਰੀਆਂ ਦੀਆਂ ਚੁਗਾਠਾਂ ਖੜੀਆਂ ਹੋ ਗਈਆਂ। 10 ਦਿਨਾਂ ਵਿੱਚ ਥਾਂ ਜਾਂ ਹੁਲੀਆ ਬਦਲ ਗਿਆ ਤੇ ਮੁਕਾਬਲੇ ਦੀ ਚਾਚੀ ਰਾਮ ਕੌਰ ਵਾਲੀ ਪੱਕੀ ਕੰਧ ਸਾਹਮਣੇ ਦਰਬਾਰੇ ਦੀ ਕੱਚੀ ਹੁਣ ਹੋਰ ਬੁਰੀ ਦਿਸਣ ਲੱਗੀ। ਆਉਂਦਾ ਜਾਂਦਾ ਹਰ ਕੋਈ ਆਖੇ, ਹੁਣ ਇਹ ਵੀ ਦਲਿੱਦਰ ਕੱਢ ਕੇ ਛੱਡਿਓ। ਪਰ ਦਰਬਾਰੇ ਨੇ ਅਜੇ ਵੀ ਇੱਕੋ ਨੰਨਾ ਫੜਿਆ ਹੋਇਆ ਸੀ। ਬੈਠਕ ਦੀਆਂ ਬਾਰੀਆਂ ਤੇ ਬੋਇਆਂ ਉੱਤੇ ਲੈਂਟਰ ਲੱਗ ਗਏ। ਦਿਉੜੀ ਦੀ ਚੁਗਾਠ ਵੀ ਧਰੀ ਗਈ। ਬੈਠਕ ਚਾਚੀ ਰਾਮ ਕੌਰ ਦੀ ਕੰਧ ਨਾਲ ਸੀ ਤੇ ਲੰਘਣ ਲਈ ਦਿਉੜੀ ਦਰਬਾਰੇ ਵੱਲ। ਦਿਉੜੀ ਦੀ ਛੱਤ ਨੀਵੀਂ ਰੱਖ ਕੇ 8 ਫੁੱਟ ਉੱਤੇ ਲਿੰਟਲ ਪਾਉਣਾ ਸੀ, ਕਿਉਂਕਿ ਉੱਤੇ ਮਿਆਨੀ ਰੱਖਣੀ ਸੀ। ਦਿਉੜੀ ਦਾ ਲੈਂਟਰ ਲਾਉਣ ਲਈ ਹੁਣ ਦਰਬਾਰੇ ਵਾਲੀ ਕੰਧ ਦਾ ਫੈਸਲਾ ਹੋਣਾ ਜ਼ਰੂਰੀ ਸੀ। ਇੱਕ ਦਿਨ ਵੀ ਹੋਰ ਕਿਸੇ ਪਾਸੇ ਹੱਥ ਨਹੀਂ ਸੀ ਚੱਲ ਸਕਦਾ। ਜਦ ਕੋਈ ਵਾਹ ਨਾ ਚੱਲੀ ਤਾਂ ਕਪੂਰ ਸਿੰਘ ਨੇ ਦਰਵਾਜ਼ੇ ਇਕੱਠ ਕੀਤਾ। ਸਾਰਾ ਪਿੰਡ ਚੌਂਤਰੇ ਉੱਤੇ ਜੁੜ ਗਿਆ। ਚੌਂਤਰਾ ਥੜਾ। ਪੰਚਾਇਤ ਨੇ ਦਰਬਾਰੇ ਨੂੰ ਸੱਥ ਵਿੱਚ ਬੁਲਾਇਆ ਤੇ ਕੰਧ ਕਰਨ ਲਈ ਆਖਿਆ। ਪਹਿਲਾਂ ਤਾਂ ਉਹਨੇ ਬੜੇ ਪੈਰ ਅੜਾਏ, ਮੈਂ ਕੁੜੀ ਦਾ ਵਿਆਹ ਕਰਨਾ ਹੈ, ਮੈਨੂੰ ਲੋੜ ਨਹੀਂ, ਮੇਰੀ ਪੁੱਜਤ ਨਹੀਂ। ਅਖੀਰ ਪੰਚਾਇਤ ਨੇ ਸਮਝਾ ਧਮਕਾ ਕੇ ਮਨਾ ਹੀ ਲਿਆ। ਪਿੰਡ ਦੀ ਸਾਂਝੀ ਰਾਏ ਸਾਹਮਣੇ ਉਹਨੂੰ ਝੁਕਣਾ ਹੀ ਪਿਆ। ਮਜ਼ਦੂਰੀ ਉਹਨੂੰ ਛੱਡੀ ਗਈ। ਇੱਟਾਂ ਤੇ ਹੋਰ ਸਮਾਨ ਦਾ ਅੱਧ ਦੇਣਾ ਕੀਤਾ ਉਹਨੂੰ, ਕਿਉਂਕਿ ਹਾਲੇ ਕੰਧ ਦੀ ਇੰਨੀ ਲੋੜ ਨਹੀਂ ਸੀ, ਇਸ ਲਈ ਰਿਆਇਤ ਵਜੋਂ ਰਕਮ 2 ਲੰਮੀਆਂ ਕਿਸ਼ਤਾਂ ਵਿੱਚ ਵੰਡ ਦਿੱਤੀ। ਆਉਂਦੀ ਲੋੜੀ ਛੱਡ ਕੇ ਪਹਿਲੀ ਕਿਸ਼ਤ ਨਿਮਾਣੀ ਨੂੰ ਤੇ ਦੂਜੀ ਅਗਲੀ ਲੋੜੀ ਨੂੰ। ਕਾਗਜ਼ ਬਣ ਗਿਆ। ਭਾਵੇਂ ਮਜ਼ਦੂਰੀ ਸਾਰੀ ਹੀ ਕਪੂਰ ਸਿੰਘ ਦੇ ਸਿਰ ਪੈ ਗਈ ਸੀ, ਜੋ 80-82 ਤੱਕ ਬਣਦੀ ਸੀ, ਤਾਂ ਵੀ ਉਹ ਖੁਸ਼ ਸੀ। ਕੰਮ ਤੁਰਦਾ ਹੋ ਗਿਆ। ਉਸਦੇ ਸਿਰ 40 ਕੁ ਹੀ ਵੱਧ ਪਏ। ਕੋਈ ਗੱਲ ਨਹੀਂ, ਇੰਨਾ ਕੁਝ ਤਾਂ ਉਹ ਆਪ ਵੀ ਦਰਬਾਰੇ ਨੂੰ ਜਾ ਕਹਿੰਦਾ ਸੀ। ਅਗਲੇ ਦਿਨ ਪੰਚਾਇਤ ਦੇ 4 ਆਦਮੀ ਆਏ ਤੇ ਸਾਹਮਣੇ ਕੰਧ ਢਵਾ ਕੇ ਨੀਂਹ ਪਟਵਾਉਣ ਲੱਗੇ। ਇੱਟ ਧਰਨ ਵੇਲੇ ਕੰਧ ਉੱਤੇ ਮੇਲਾ ਲੱਗ ਗਿਆ। ਦਰਬਾਰਾ ਖੁਸ਼ ਤਾਂ ਅੱਗੇ ਹੀ ਨਹੀਂ ਸੀ, ਪਰ ਹੁਣ ਜਦ ਕੰਧ ਬਣਨ ਹੀ ਲੱਗ ਪਈ ਤਾਂ ਅੜ ਫੁੱਟਣ ਦੀ ਨਮੋਸ਼ੀ ਵਿੱਚ ਉਹਦੀ ਹਿੱਕ ਉੱਤੇ ਸੱਪ ਲਿਟ ਰਿਹਾ ਸੀ। ਇੱਕ ਪਾਸਿਓਂ ਧੰਮਾ ਸਿੰਘ ਸਰਪੰਚ ਨੇ ਰੱਸੀ ਫੜੀ, ਦੂਜੇ ਪਾਸਿਓਂ ਨਾਹਰ ਸਿੰਘ ਅਕਾਲੀ ਨੇ। ਜਦ ਰੱਸੀ ਨਾਹਰ ਸਿੰਘ ਨੇ ਨੀਂਹ ਦੇ ਸਿਰੇ ਉੱਤੇ ਛੋਈ ਤਾਂ ਝੱਟ ਦਰਬਾਰਾ ਬੁਖਲਾਈ ਆਵਾਜ਼ ਵਿੱਚ ਬੋਲਿਆ, ਆਪਣੇ ਅਮਾਨ ਨੂੰ ਜਾਣ ਕੇ ਨੇ ਆ ਕਰੀ ਕਾਲੀਆ। ਸਾਨੂੰ ਤਾਂ ਦੋਵੇਂ ਇਕਸਾਰੋ ਦਰਬਾਰਾ ਸੀਆਂ, ਨਾਹਰ ਸਿੰਘ ਨੇ ਉੱਤਰ ਦਿੱਤਾ। ਸਾਰੇ ਲੋਕ ਇੱਕ-ਟਕ ਰੱਸੀ ਵੱਲ ਵੇਖਣ ਲੱਗੇ। ਪਰਲੇ ਸਿਰੇ ਬੈਠੇ ਧੰਮਾ ਸਿੰਘ ਸਰਪੰਚ ਨੇ ਹੱਥ ਭਰ ਕਪੂਰ ਸਿੰਘ ਵੱਲ ਰੱਸੀ ਧਰ ਦਿੱਤੀ। ਇੱਕਦਮ ਰੋਲਾ ਪੈ ਗਿਆ। ਆਹ ਤਾਂ ਜਮਾ ਵਿੰਗੀ ਆ, ਇੱਥੇ ਕੰਧ ਜਾਂਦੀ ਹੋਈ ਨਹੀਂ। ਕਿਸੇ ਉੱਚੀ ਬੋਲ ਕੇ ਧੰਮਾ ਸਿੰਘ ਨੂੰ ਆਖਿਆ ਕਿ ਰੱਸੀ ਇੱਕ ਹੱਥ ਦੂਜੇ ਪਾਸੇ ਨੂੰ ਧਰੇ। ਬੰਦਾ ਭਾਵੇਂ ਲੱਖ ਨਰਮ ਹੋਵੇ, ਗਾਲ ਪਰ ਕਿਸੇ ਤੋਂ ਕੋਈ ਕਿਉਂ ਖਾਵੇ। ਪੂਰੇ ਜੋਸ਼ ਨਾਲ ਕਪੂਰ ਸਿੰਘ ਨੇ ਮੁੱਕਾ ਵੱਟ ਕੇ ਵੰਗਾਰਿਆ, ਨਿਊ ਚ ਗੱਡ ਦੋ ਨਿਊ ਚ। ਤੇ ਐਨੇ ਵਿੱਚ ਘਰੋਂ ਉਹਦਾ ਛੋਟਾ ਭਰਾ ਗੰਧਾਲੀ ਚੁੱਕ ਲਿਆਇਆ। ਦੋਵੇਂ ਪਾਸਿਓਂ ਗਾਲਾਂ ਦੀ ਵਾਛੜ ਹੋਣ ਲੱਗੀ। ਦੂਜੇ ਪਾਸੇ ਦਰਬਾਰੇ ਦਾ ਭਤੀਜਾ ਗੰਡਾਸੀ ਚਾੜ ਕੇ ਆ ਗਿਆ। ਦਰਬਾਰੇ ਨੇ ਲਹਿੰਦਿਆਂ ਹੀ 2 ਹੱਥੜੀ ਜੋੜ ਕੇ ਲਾਠੀ ਕਪੂਰ ਸਿੰਘ ਦੇ ਮਾਰੀ। ਆ ਤੈਨੂੰ ਦੇਖਾਂ ਨਿਊ ਚ ਕੱਢਦੇ ਨੂੰ। ਤੇ ਨਾਲ ਹੀ ਨਾਲ ਤਤੀਰੀ ਕਪੂਰ ਸਿੰਘ ਦੇ ਸਿਰ ਵਿੱਚੋਂ ਆਈ। ਖੀਚਰਾਂ ਝੱਟ ਗੰਧਾਲੀ ਦਰਬਾਰੇ ਦੇ ਮੋਹਰਾਂ ਉੱਤੇ ਪਈ। ਦੂਜੀ ਪੁੜਪੁੜੀ ਵਿੱਚ ਲਹੂ ਦੀ ਟੀਕ ਚੱਲ ਪਈ ਤੇ ਉਹ ਉਲਟ ਕੇ ਨੀਂਹ ਵਿੱਚ ਜਾ ਡਿੱਗਿਆ। ਪੰਜ ਰੱਸੀ ਛੱਡ ਕੇ ਪਰਾਂ ਹੋ ਗਏ ਸਨ। ਆਖਰ ਕੁਝ ਲੋਕ ਹੌਸਲਾ ਕਰਕੇ ਛੁਡਾਉਣ ਲੱਗੇ। ਤੀਵੀਆਂ ਘਰਾਂ ਚੋਂ ਨਿਕਲ ਕੇ ਆਮੋ ਸਾਹਮਣੇ ਬਾਹਾਂ ਉਲਾਰਦੀਆਂ ਮੇਣੋ ਮੇਣੀ ਹੋਣ ਲੱਗੀਆਂ। ਚੀਕ ਚਿਹਾੜਾ, ਗਾਲਾਂ, ਦੁਪਾੜਾ। ਕੰਨ ਪਈ ਆਵਾਜ਼ ਨਾ ਸੁਣੇ। 2 ਘੰਟੇ ਉਹ ਝੱਜੂ ਪਿਆ, ਝੱਜੂ ਝਗੜਾ। ਉਹ ਰੂਦ ਛਣਿਆ ਕਿ ਲੋਕੀ ਕੰਨਾਂ ਉੱਤੇ, ਉਹ ਰੂਦ ਛਣਿਆ ਕਿ ਰੂਦ ਛਣਿਆ। ਗਾਲਾਂ ਨਿਕਲੀਆਂ। ਲੋਕੀ ਕੰਨਾਂ ਉੱਤੇ ਹੱਥ ਧਰ ਗਏ। ਇਸ ਤੋਂ ਮਗਰੋਂ ਕੁਝ ਦਿਨ ਪਾ ਕੇ ਕੰਧ ਤਾਂ ਬਣ ਗਈ। ਜਿਹੋ ਜਿਹੀ ਚਾਹੀਦੀ ਸੀ ਉਹੋ ਜਿਹੀ ਬਣ ਗਈ। ਪਰ ਜਿਉਣ ਦਾ ਹੱਜ ਕੋਈ ਨਾ ਰਿਹਾ। ਹੱਜ ਸਵਾਦ। ਜਿਹੜੀ ਗੱਲ ਦਾ ਡਰ ਸੀ ਉਹ ਹੋ ਕੇ ਹਟੀ। ਦੋਹਾਂ ਧਿਰਾਂ ਦੀਆਂ ਜ਼ਮਾਨਤਾਂ ਹੋ ਗਈਆਂ। ਦਿਲਾਂ ਵਿੱਚ ਪਾਟਕ ਪੈ ਗਏ। ਬੋਲ ਚੱਲ ਜਾਂਦੀ ਰਹੀ। ਪੁਸ਼ਤਾ ਲਈ ਵੈਰ ਖੜਾ ਹੋ ਗਿਆ। 2, 4, 6 ਮਹੀਨੇ ਔੜਕ ਵਰਾ ਲੰਘ ਗਿਆ।
ਨਿਮਾਣੀ ਦੇ ਮੌਕੇ ਵੀ ਕਪੂਰ ਸਿੰਘ ਨੇ ਆਪ ਜਾ ਕੇ ਦਰਬਾਰੇ ਤੋਂ ਪੈਸੇ ਮੰਗਣ ਦਾ ਛੇੜਨਾ ਚਾਹਿਆ। ਸਾਰੇ ਪਿੰਡ ਸਾਹਮਣੇ ਲਿਖਤ ਹੋਈ ਸੀ, ਮੁਕਰ ਤਾਂ ਹੋ ਸਕਦਾ ਨਹੀਂ ਸੀ। 6 ਮਹੀਨੇ ਹੋਰ ਲੰਘ ਗਏ। ਦੂਜੀ ਲੋੜੀ ਦੀ ਕਿਸ਼ਤ ਵੀ ਲੰਘ ਗਈ। ਆਥਨ ਸਵੇਰ ਕਪੂਰ ਸਿੰਘ ਪੰਚਾਇਤ ਨੂੰ ਕਹਿਣ ਵਾਲਾ ਹੀ ਸੀ। ਇੱਕ ਸਵੇਰ ਕਾਲਜਾ ਫੜੀ ਚਾਚੀ ਰਾਮ ਕੌਰ ਆਈ। ਤੈਂ ਕੁਝ ਸੁਣਿਆ ਕਪੂਰ ਸਿਆਂ? ਹੈਰਾਨ ਹੋ ਕੇ ਕਪੂਰ ਸਿੰਘ ਚੌਂਕਿਆ। ਨਾ ਚਾਚੀ, ਕਿਉਂ, ਕੀ ਗੱਲ ਹੈ? ਉਹ ਲੈ ਵੇ, ਤੈਨੂੰ ਖਬਰ ਨਹੀਂ? ਮੁੰਡਾ ਤਾਂ ਭੁੰਜੇ ਲਿਆ ਪਿਆ ਦਰਬਾਰਾ। ਦਰਬਾਰਾ? ਲੈ ਹੋਰ ਕੀ, ਉਹ ਤਾਂ ਨਮੂਨੀਏ ਨਾਲ ਜੁੜਿਆ ਪਿਆ। ਠੰਡ ਦੀ ਸੀਟ 'ਚ ਆ ਗਿਆ। ਰਾਤ ਬਹੁ ਰੋਂਦੀ ਨਹੀਂ ਸੀ ਚੱਲੀ ਜਾਂਦੀ। ਇੱਕ ਤਾਂ ਇਲਾਜ ਕਰਾਉਣੇ ਕਿਹੜੇ ਸੌਖੇ ਨੇ ਚੰਦਰੇ ਬਿਨਾਂ ਪੈਸੇ। ਮੈਨੂੰ ਤਾਂ ਚਾਚੀ ਹੁਣ ਤੇ ਤੋਂ ਪਤਾ ਲੱਗਿਆ। ਲੈ ਆਹੋ ਡੱਡ, ਤੈਨੂੰ ਕਿਤੇ ਓਪਰਾ ਹੈ? ਆਉਣ ਜਾਣ ਬਾਜੋ ਕਾਂਦੋਲੇ ਪਰਦੇਸ ਹੈ ਚਾਚੀ। ਲੈ ਉਹ ਜਾਣੇ, ਨੋਹਾਂ ਨਾਲੋਂ ਮਾਸ ਟੁੱਟਦਾ ਕਦੇ ਸਾਊ। ਕਹਿੰਦੇ ਆ ਚਾਚੀ ਸੈਨਤ ਸੁੱਟ ਕੇ ਚਲੀ ਗਈ। ਕਪੂਰ ਸਿੰਘ ਉੱਠਿਆ ਤੇ ਝਕਦਾ ਝਕਾਉਂਦਾ ਦਰਬਾਰੇ ਦੇ ਘਰ ਅੰਦਰ ਲੰਘ ਗਿਆ। ਵਿਹੜੇ ਵਿੱਚ ਕੰਧ ਦੀ ਓਟ ਨਾਲ ਧੁੱਪੇ ਦਰਬਾਰੇ ਦਾ ਮੰਜਾ ਸੀ। ਕਪੂਰ ਸਿੰਘ ਨੇ ਜਦ ਦਰਬਾਰੇ ਵੱਲ ਦੇਖਿਆ ਤਾਂ ਉਹ ਖੜੇ ਦਾ ਖੜਾ ਰਹਿ ਗਿਆ। ਸੁੱਕ ਕੇ ਪਿੰਜਰ ਬਣਿਆ ਸਰੀਰ, ਧੂਏ ਵਰਗਾ ਰੰਗ, ਅੰਦਰ ਨੂੰ ਧਸੀਆਂ ਹੋਈਆਂ ਅੱਖਾਂ ਤੇ ਦਰਬਾਰੇ ਦੀ ਨਿਆਣੀ ਟੱਬਰੀ। ਅੰਦਰੋਂ ਦਰਬਾਰੇ ਦੀ ਘਰਵਾਲੀ ਨੇ ਮੰਜੇ ਕੋਲ ਸਟੂਲ ਢਾ ਦਿੱਤਾ, ਪਰ ਕਪੂਰ ਸਿੰਘ ਦਰਬਾਰੇ ਦੇ ਕੋਲ ਹੀ ਮੰਜੇ ਦੀ ਬਾਹੀਂ ਉੱਤੇ ਬਹਿ ਗਿਆ। ਕੀ ਹਾਲ ਹੈ ਭਾਈ ਦਰਬਾਰਿਆ? ਰਜਾਈ ਦੇ ਆਸਰੇ ਢੋ ਲਾ ਕੇ ਦਰਬਾਰਾ ਕੁਝ ਬੈਠਦਾ ਹੋਇਆ ਬੋਲਿਆ। ਹੁਣ ਤਾਂ ਚੰਗਾ ਹੈ ਭਾਈ। ਬਿਮਾਰੀ ਦਾ ਭੰਨਿਆ ਉਹਦਾ ਨਿਡਾਲ ਮਨ ਕੁਝ ਕਰਾਰ ਫੜ ਆਇਆ। ਕੋਈ ਨਾ, ਤੂੰ ਪਿਆ ਰਹੋ, ਉੱਠਣ ਦੀ ਖੇਚਲ ਨਾ ਕਰ। ਕਮਜ਼ੋਰੀ ਜ਼ਿਆਦਾ ਹੈ। ਬੋਲਣ ਲੱਗਿਆ ਦਰਬਾਰੇ ਦਾ ਸਾਰਾ ਤਿੱਗ ਕੰਬਦਾ ਸੀ। ਤਿੱਗ ਸ਼ਰੀਰ ਸਭ ਦੂਰ ਹੋ ਜੂ, ਚੁਗਾਠ ਬਚ ਰਹੇ ਵਾਣ ਬਥੇਰਾ। ਭਾਵ ਜ਼ਿੰਦਗੀ ਬਚੀ ਰਹੇ ਤੇ ਕਿਸੇ ਚੀਜ਼ ਦੀ ਕਮੀ ਨਹੀਂ ਹੋਵੇਗੀ। ਕਪੂਰ ਸਿੰਘ ਨੇ ਹੌਸਲਾ ਦਿੱਤਾ। ਲੋਗੜ ਗਰਮ ਕਰਕੇ ਉਹਦੀ ਕੁੜੀ ਹਰਬੰਸੋ ਉਸ ਦੀਆਂ ਵੱਖੀਆਂ ਨੂੰ ਸੇਕਣ ਲਈ ਲਿਆਈ। ਇਲਾਜ ਕਿਹਦਾ ਹੈ? ਕਪੂਰ ਸਿੰਘ ਨੇ ਪੁੱਛਿਆ। ਇਲਾਜ? ਦਰਬਾਰਾ ਅੱਗੋਂ ਚੁੱਪ ਕਰ ਗਿਆ। ਇਲਾਜ ਕਿਸੇ ਦਾ ਵੀ ਨਹੀਂ ਸੀ। ਘਰਾਂ ਦੇ ਇਲਾਜ ਵੀ ਕੋਈ ਇਲਾਜ ਹੁੰਦੇ ਹਨ। ਕਪੂਰ ਸਿੰਘ ਤੋਂ ਲੁਕਿਆ ਕੀ ਸੀ? ਇੱਕ ਦੂਜੇ ਦੇ ਘਰ ਦੀ ਹਾਲਤ ਉਹ ਜਾਣਦੇ ਹੀ ਸਨ। ਕਪੂਰ ਸਿੰਘ ਨੇ 10 ਰੁਪਏ ਦਾ ਨੋਟ ਕੱਢ ਕੇ ਦਰਬਾਰੇ ਦੀ ਜੇਬ ਵਿੱਚ ਪਾ ਦਿੱਤਾ। ਮੈਂ ਜਾ ਕੇ ਮੰਡੀਓਂ ਡਾਕਟਰ ਨੂੰ ਭੇਜਦਾ। ਦਰਬਾਰੇ ਦੇ ਮਨ ਵਿੱਚ ਹੂਕ ਉੱਠੀ। ਮੈਂ ਤਾਂ ਤੇਰੇ ਅੱਗੇ ਵੀ ਪੈਸੇ ਦੇਣੇ ਆ ਭਾਈ। ਕੰਧ ਵਾਲੇ, ਤੂੰ ਹਾਲੇ ਤਕੜਾ ਹੋ, ਦਿੰਦਾ ਰਹੀ ਪੈਸੇ। ਪੈਸੇ ਸਾਲਿਆਂ ਨੇ ਨਾਲ ਜਾਣਾ। ਦਰਬਾਰੇ ਦੀਆਂ ਅੱਖਾਂ ਸਿਮ ਆਈਆਂ। ਥੋੜੇ ਚਿਰ ਪਿੱਛੋਂ ਭਰੇ ਹੋਏ ਗੱਚ ਨਾਲ ਧੀਮਾ ਹੋ ਕੇ ਬੋਲਿਆ, ਮਕਾਨ ਦਾ ਕੰਮ ਚੜ ਗਿਆ ਸਿਰੇ। ਥੋੜਾ ਜਿਹਾ ਟੀਪ ਟੱਲਾ ਰਹਿੰਦਾ ਹੈ, ਸਿਮਰ ਥੁੜ ਗਿਆ। ਮੈਨੂੰ ਤਾਂ ਸਹੁਰਾ ਸਰਪੰਚ ਪਖਾਉਂਦਾ ਰਿਹਾ, ਨਹੀਂ ਤਾਂ ਮੈਂ ਕਿਹੜਾ ਤੇਰਾ ਦੋਖੀ ਸੀ। ਉਹ ਹੁਣ ਤੂੰ ਇਹਨਾਂ ਗੱਲਾਂ ਨੂੰ ਮਨ ਤੇ ਨਾ ਲਿਆ। ਜੇ 4 ਪਾਂਡੇ ਹੋਣਗੇ ਤਾਂ ਖੜਕਣਗੇ। ਹਾੜ ਦਾ ਬੰਸੋ ਦਾ ਵਿਆਹ ਦੇ ਦਈਏ। ਦਰਬਾਰੇ ਦੀ ਲੂ ਚੋਂ ਆਪਣਤ ਜਾਗ ਰਹੀ ਸੀ। ਕੋਈ ਡਰ ਨਹੀਂ, ਜਿਹੜਾ ਭਾਰ ਸਿਰੋਂ ਲੈ ਜਾਵੇ ਚੰਗਾ। ਤੂੰ ਆਏਂਗਾ ਜਿੱਕਣ ਤੂੰ ਕਹੇ। ਦਰਬਾਰੇ ਨੇ ਕੰਬਦੇ ਹੱਥਾਂ ਵਿੱਚ ਕਪੂਰ ਸਿੰਘ ਦਾ ਹੱਥ ਫੜ ਕੇ ਆਖਿਆ, ਤੇਰੇ ਬਿਨਾਂ ਬਾਈ ਮੈਂ ਕਾਹਦੇ ਜੋਗਾ। ਉਹਦੇ ਬੁੱਲ ਫਰਕਣ ਲੱਗੇ ਤੇ ਅੱਖਾਂ ਵਿੱਚੋਂ ਪਰਲ ਹੰਝੂਆਂ ਦੀਆਂ ਧਾਰਾਂ ਫੁੱਟ ਪਈਆਂ। ਉਹ ਤੂੰ ਦਿਲ ਰੱਖ ਵੀਰ, ਮੈਂ ਤੇਤੋਂ ਨਾਬਰ ਤਾਂ ਨਹੀਂ। ਕਪੂਰ ਸਿੰਘ ਨੇ ਮਸੀਹ ਬੋਲ ਆਖੇ। ਹੰਝੂਆਂ ਦੀਆਂ ਧਾਰਾਂ ਹੁਣ ਉਹਦੇ ਚਿਹਰੇ ਉੱਤੇ ਵੀ ਵਗ ਪਈਆਂ ਸਨ। ਸੋ ਬੱਚਿਓ, ਇਹ ਸੀ 2 ਭਰਾਵਾਂ ਦੀ ਕਹਾਣੀ ਸਾਂਝੀ ਕੰਧ। ਧੰਨਵਾਦ।